ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਮੈਂ ਹਾਂ ਵਰੁਣ ਤੁਹਾਡੇ ਨਾਲ। ਅੱਜ ਅਸੀਂ ਕਿਸ਼ਨਗੜ੍ਹ ਦੇ ਵਿੱਚ ਇੱਥੇ ਜੋ ਕਿ ਸੁਖਬੀਰ ਸਿੰਘ ਬਾਦਲ ਦੀ ਇੱਕ ਭੁੱਲ ਰੈਲੀ ਆ, ਉੱਥੇ ਕਿਸਾਨ ਜਥੇਬੰਦੀਆਂ ਕਿਸਾਨ ਲੋਕ ਇੱਥੇ ਇਕੱਠੇ ਹੋਏ ਨੇ। ਆਓ ਅਸੀਂ ਜਾਣਦੇ ਹਾਂ ਕਿ ਕਿਹੜੀ ਭੁੱਲ ਹੋ ਚੁੱਕੀ ਹੈ ਇਹਨਾਂ ਕੋਲ, ਜਿਹੜੀ ਇਹਨਾਂ ਨੂੰ ਇਸ ਟਾਈਮ ਤੇ ਇੱਕ ਭੁੱਲ ਰੈਲੀ ਕਰਨੀ ਪਈ ਆ। ਔਰ ਇਸ ਰੈਲੀ ਦੇ ਮੁਤਾਬਿਕ, ਇਸ ਰੈਲੀ ਦੇ ਸੰਬੰਧ ਵਿੱਚ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ ਆ, ਆਓ ਅਸੀਂ ਜਾਣਦੇ ਹਾਂ ਉਹਨਾਂ ਤੋਂ। ਮੇਰੇ ਨਾਲ ਨੇ ਜੀ ਅਟਵਾਲ ਸਾਹਿਬ, ਤੇ ਆਓ ਇਹਨਾਂ ਤੋਂ ਅਸੀਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਇਹ ਜਿਹੜੀ ਭੁੱਲ ਰੈਲੀ ਦਾ ਨਾਮ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ, ਇਹ ਜਿਹੜੀ ਕਿ ਰੈਲੀ ਕਰ ਰਹੇ ਆ, ਇਸ ਦੇ ਸੰਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜਾ ਤਾਂ ਇਹਨਾਂ ਨੇ ਭੁੱਲ ਸੁਧਾਰ ਰੈਲੀ ਦਾ ਇਹਨਾਂ ਨੇ ਨਾਂ ਦਿੱਤਾ ਆ, ਇਹ ਤਾਂ ਹੁਣ ਸੁਖਬੀਰ ਜੀ ਦੱਸ ਸਕਦੇ ਵੀ ਕਿਹੜੀ ਭੁੱਲ ਸੁਧਾਰ ਨਾਂ ਰਹੇ ਆ ਉਹ ਜੀ। ਪੋਲੀਟੀਕਲ ਰੈਲੀਆਂ ਦਾ ਜਦੋਂ ਸੰਯੁਕਤ ਮੋਰਚੇ ਨੇ ਕਿਹਾ ਵੀ ਤੁਸੀਂ ਨਾ ਕਰੋ, ਇਹ ਜਿਹੜੇ ਸਿਆਸਤਦਾਨ ਹੁੰਦੇ ਆ, ਲੀਡਰ ਹੁੰਦੇ ਆ ਨਾ, ਇਹ ਸਾਡਾ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਆ। ਪਿੰਡਾਂ ਦੇ ਵਿੱਚ ਅਸੀਂ ਬੜੇ ਪਿਆਰ ਸਤਿਕਾਰ ਨਾਲ, ਸਾਡਾ ਐਸਸੀ ਭਾਈਚਾਰਾ ਤੇ ਜੱਟ ਕਮਿਊਨਿਟੀ ਬਹੁਤ ਸਤਿਕਾਰ ਨਾਲ ਰਹਿੰਦੀ, ਇੱਕ ਦੂਜੇ ਦੀ ਇੱਜ਼ਤ ਮਾਣ ਕਰਦੀ। ਜੀ ਜੀ। ਇਹਨਾਂ ਨੇ ਕੀ ਕੀਤਾ, ਬੀਐਸਪੀ ਦੇ ਮੋਢੇ ਤੇ ਰੱਖ ਕੇ ਚਲਾਈ ਕਾਂਚੀ ਰਾਮ ਜੀ ਦਾ, ਕਿਉਂਕਿ ਕਾਂਚੀ ਰਾਮ ਜੀ ਜਿਹੜੇ ਆ ਉਹ 9 ਅਕਤੂਬਰ 2006 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੀ। ਉਹਨਾਂ ਨੂੰ ਸ਼ਰਧਾਂਜਲੀ ਦੇਣੀ ਬਹੁਤ ਹੀ ਚੰਗੀ ਗੱਲ ਆ। ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਕਾਂਚੀ ਰਾਮ ਜੀ। ਜੇ ਮੰਨਿਆ ਜਾਵੇ, ਮੇਰੇ ਆਪਣਾ ਦਿਲ ਕਹਿੰਦਾ ਜਾਂ ਮੇਰੀ ਆਪਣੀ ਆਤਮਾ ਕਹਿੰਦੀ ਆ ਕਿ ਕਾਂਚੀ ਰਾਮ ਜੀ ਜਿਹੜੇ ਆ ਇਹ ਇਕੱਲੇ ਬਹੁਜਨ ਦੇ ਨਹੀਂ ਗਏ ਜੀ, ਸਾਡੇ ਵੀ ਆ ਯਾਰ। ਤੁਸੀਂ ਸਾਨੂੰ ਕਿਉਂ ਵੱਖ ਕਰ ਰਹੇ ਹੋ ਉਹਨਾਂ ਤੋਂ? ਉਹਨਾਂ ਦੀ ਸੋਚ, ਉਹਨਾਂ ਨੇ ਇੱਕ ਆਪਣੇ ਗਰੀਬ ਤਬਕਾ ਜਿਹੜਾ ਉਹਦਾ ਮਾਣ ਵਧਾਇਆ ਆ। ਅੰਬੇਦਕਰ ਦੀ ਜਿਹੜੇ ਉਹਨਾਂ ਨੇ ਸੰਵਿਧਾਨ ਲਿਖਿਆ, ਉਹਨਾਂ ਨੇ ਇੱਕ ਧਰਮ ਲਈ ਥੋੜ੍ਹਾ ਲਿਖਿਆ, ਉਹਨਾਂ ਸਾਰਿਆਂ ਨੇ ਲਿਖਿਆ। ਉਹ ਸਾਡੇ ਵੀ ਉਨੇ ਹੀ ਸਤਿਕਾਰਯੋਗ ਨੇ, ਅਸੀਂ ਵੀ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਸ਼ਰਧਾਂਜਲੀ ਦੇਣੀ ਬਹੁਤ ਚੰਗੀ ਗੱਲ ਆ, ਪਰ 2006 ਤੋਂ ਲੈ ਕੇ 2021 ਤੱਕ ਸੁਖਬੀਰ ਜੀ ਨੇ ਕਾਂਚੀ ਰਾਮ ਨੂੰ ਕਿੱਥੇ ਸ਼ਰਧਾਂਜਲੀ ਦਿੱਤੀ? ਸੁਖਬੀਰ ਜੀ ਨੇ ਕਿੱਦਣ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੋਇਆ? ਅੱਜ ਹੀ ਕਿਉਂ ਕੀਤਾ ਗਿਆ? ਦੁਆਬੇ 'ਚ ਕਿਉਂ ਕੀਤਾ ਗਿਆ? ਕਿਉਂਕਿ ਇੱਥੇ ਭਾਈਚਾਰਕ ਸਾਂਝ ਆ, ਇਹ ਦੋ ਭਰਾਵਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਆ। ਇਸ ਕਰਕੇ ਸਾਡੀ ਜਿਹੜੀ ਬੇਨਤੀ ਆ ਵੀ ਸਾਡੀ ਜਿਹੜਾ ਰੈਲੀ ਦਾ ਕੋਈ ਸਾਡਾ ਵਿਰੋਧ ਨਹੀਂ ਜੀ। ਕਾਂਚੀ ਰਾਮ ਜੀ ਦਾ ਅਸੀਂ ਸਤਿਕਾਰ ਇਹਨਾਂ ਤੋਂ ਵੀ ਜ਼ਿਆਦਾ ਕਰਦੇ ਹਾਂ। ਬਹੁਜਨ ਸਮਾਜ ਦਾ ਸਾਡਾ ਕੋਈ ਵਿਰੋਧ ਨਹੀਂ, ਪਰ ਇਹ ਸਾਡੇ 'ਚ ਇਦਾਂ ਕਰਨਾ ਚਾਹੁੰਦੇ ਕਿ ਇਹ ਭਰਾ ਆਪਸ ਵਿੱਚ ਲੜ ਪਣ। ਜਦੋਂ ਕਿਸੇ ਦੇ ਘਰ ਅਸੀਂ ਜਾਂਦੇ ਹਾਂ ਨਾ, ਦੋ ਭਰਾਵਾਂ ਦੇ ਵਿੱਚ, ਜੇ ਤਾਂ ਉਹ ਸਾਡੇ ਜਾਣ ਦੇ ਨਾਲ ਭਰਾਵਾਂ ਦਾ ਆਪਸ ਵਿੱਚ ਲੜਾਈ ਨੂੰ ਮੇਲ ਮਿਲਾਪ ਹੁੰਦਾ, ਫਿਰ ਤਾਂ ਬਹੁਤ ਚੰਗੀ ਗੱਲ ਆ। ਜਦੋਂ ਭਰਾ ਇਕੱਠੇ ਰਹਿੰਦੇ ਆ, ਤੁਸੀਂ ਉਹਨਾਂ ਦੇ ਘਰ ਜਾਂਦੇ ਆ, ਉਹ ਆਪਸ ਵਿੱਚ ਲੜਾਈ ਝਗੜਾ ਹੋ ਜਾਵੇ ਤੇ ਉਸ ਘਰ ਨਹੀਂ ਜਾਣਾ ਚਾਹੀਦਾ। ਅਸੀਂ ਤਾਂ ਭਰਾ ਆਪਸ ਵਿੱਚ ਇਕੱਠੇ ਰਹਿ ਰਹੇ ਆ, ਠੀਕ ਹੈ ਜੀ, ਤੇ ਤੁਸੀਂ ਆ ਕੇ ਸਾਡੇ 'ਚ ਲੜਾਈ ਪਾ ਰਹੇ ਆ। ਸਾਡਾ ਵਿਰੋਧ ਸਿਰਫ ਸੁਖਬੀਰ ਬਾਦਲ ਨਾਲ ਆ, ਰੈਲੀ ਨਾਲ ਕੋਈ ਨਹੀਂ। ਉਹਦਾ ਮਤਲਬ ਦੱਸਦਾ, ਜਿੱਦਣ ਕਾਲੇ ਕਾਨੂੰਨ ਆਏ ਆ, ਅੱਜ 700 ਸ਼ਹਾਦਤਾਂ ਹੋ ਗਈਆਂ, ਤੇ ਸਾਨੂੰ ਯਾਰ ਰੈਲੀਆਂ ਸੋਚਦੀਆਂ। ਜਿਹੜਾ ਮਾਵਾਂ ਦੇ ਪੁੱਤ ਅੱਜ ਚਲੇ ਗਏ, ਉਹ ਮਾਂ ਨੂੰ ਪੁੱਛ ਕੇ ਦੇਖੋ, ਜਿਹੜੀ ਮਾਂ ਨੂੰ ਅੱਜ ਘਰ ਖਾਲੀ ਦੀਦਾ ਆ, ਉਹ ਮਾਂ ਕਿੱਧਰ ਨੂੰ ਜਾਵੇ ਅੱਜ? ਦੂਜੀ ਗੱਲ ਇਹ ਆ ਕਿ ਜਿੱਦਣ ਇਹਨਾਂ ਨੇ ਬਿੱਲਾਂ ਦੀ ਹਮਾਇਤ ਕੀਤੀ, ਵਿਚਾਰੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਕਾਸ਼ ਸਿੰਘ ਬਾਦਲ ਬਜ਼ੁਰਗ, ਉਹਨਾਂ ਤੋਂ ਵੀ ਹਮਾਇਤ ਕਰਾਤੀ। ਇਹਨਾਂ ਦੇ ਬਿਆਨ ਇਹ ਕਿ ਅਸੀਂ ਕਾਨੂੰਨ ਨਹੀਂ ਪੜ੍ਹੇ। ਜੇ 5 ਵਾਰੀ ਦੇ ਮੁੱਖ ਮੰਤਰੀ ਨੇ ਕਾਨੂੰਨ ਨਹੀਂ ਪੜ੍ਹੇ, ਮੌਕੇ ਦੀ ਕੈਬਨਿਟ ਮੰਤਰੀ ਨੇ ਕਾਨੂੰਨ ਨਹੀਂ ਪੜ੍ਹੇ, ਮੌਕੇ ਦੇ ਅਕਾਲੀ ਦਲ ਦੇ ਪ੍ਰਧਾਨ ਨੇ ਕਾਨੂੰਨ ਨਹੀਂ ਪੜ੍ਹੇ, ਉੱਦਾਂ ਹੀ ਜੀ ਉਹਨਾਂ ਨੇ ਜੋ ਕਿਹਾ ਉਹ ਤੁਸੀਂ ਬਿਆਨ ਦੇ ਦਿੱਤਾ ਵੀ ਕਾਨੂੰਨ ਬੜੇ ਚੰਗੇ ਆ, ਤੇ ਕੱਲ੍ਹ ਨੂੰ ਫਿਰ ਅਸੀਂ ਤੁਹਾਡੇ ਕੋਲ ਬਾਗਡੋਰ ਕਿੱਦਾਂ ਦੇ ਦਈਏ? ਕੱਲ੍ਹ ਨੂੰ ਕੋਈ ਵੀ ਉਤੋਂ ਫੈਸਲਾ ਆਉਂਦਾ, ਤੁਸੀਂ ਮੁੜ ਕੇ ਕਹੋਗੇ ਸਾਨੂੰ ਜੀ ਇਹ ਬੜਾ ਗਲਤ ਲੱਗਾ। ਅੱਜ ਕਿੰਨੀਆਂ ਸ਼ਹੀਦੀਆਂ ਸਾਡੀਆਂ ਹੋ ਗਈਆਂ, ਕਿੱਥੇ ਚੱਕ ਸਾਡਾ ਇਹ ਜਿਹੜਾ ਕੰਮ ਚਲਾ ਗਿਆ। ਇਸ ਕਰਕੇ ਸਾਡੀ ਬੇਨਤੀ ਆ, ਸੁਖਬੀਰ ਬਾਦਲ ਦਾ ਵਿਰੋਧ ਆ ਸਾਡਾ। ਇਹ ਅਫਵਾਹ ਫੈਲਾ ਰਹੇ ਆ ਕਿ ਸਾਡੀ ਰੈਲੀ ਦਾ ਵਿਰੋਧ ਕਰ ਰਹੇ ਕਾਂਚੀ ਰਾਮ ਸਾਡੇ ਵੀ ਦਿਲਾਂ 'ਚ ਵੱਸਦੇ ਆ। ਮੈਨੂੰ ਵੀ ਪਤਾ ਉਹਨਾਂ ਦਾ ਕੀ ਹਿਸਟਰੀ ਆ। 1934 'ਚ ਉਹਨਾਂ ਦਾ ਜਨਮ ਹੋਇਆ ਕਾਂਚੀ ਰਾਮ ਜੀ ਦਾ, ਪਰ 2006 ਤੋਂ 21 ਤੱਕ ਇਹਨਾਂ ਨੂੰ ਕਾਂਚੀ ਰਾਮ ਜੀ ਕਿਉਂ ਨਹੀਂ ਚੇਤੇ ਆਏ? ਅਸੀਂ ਕਿਉਂ ਨਹੀਂ ਉਹਨਾਂ ਦਾ ਸਤਿਕਾਰ ਕਰਦੇ? ਠੀਕ ਆ, ਇਹ ਸਾਡੀ ਬੇਨਤੀ ਆ। ਸਾਡਾ ਵਿਰੋਧ ਤੇ ਵਿਰੋਧ ਸੁਖਬੀਰ ਬਾਦਲ ਦਾ। ਮੇਰੇ ਨਾਲ ਹੋਰ ਵੀ ਕੁਝ ਕਿਸਾਨ ਆਗੂ ਮੌਜੂਦ ਨੇ, ਆਓ ਅਸੀਂ ਇਹਨਾਂ ਤੋਂ ਜਾਣਦੇ ਹਾਂ ਕਿ ਜੋ ਸੁਖਬੀਰ ਬਾਦਲ ਦੀ ਰੈਲੀ ਹੈ, ਇਹਨਾਂ ਦੇ ਉਸ ਦੇ ਬਾਰੇ ਕੀ ਵਿਚਾਰ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਇਹ ਰੈਲੀ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ, ਜਿੱਦਾਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਮਨ੍ਹਾ ਕੀਤਾ ਗਿਆ ਹੈ ਵੀ ਜਦੋਂ ਤੱਕ 3 ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਕੋਈ ਵੀ ਸਿਆਸੀ ਪਾਰਟੀ ਜਿਹੜੀ ਆ ਕੋਈ ਵੀ ਰੈਲੀ ਨਹੀਂ ਕਰੂਗੀ, ਪਰ ਇਸ ਦੇ ਬਾਬਤ ਇਹ ਰੈਲੀ ਹੋ ਰਹੀ ਆ। ਤੁਹਾਡੇ ਕੀ ਵਿਚਾਰ ਨੇ ਇਸ ਦੇ ਬਾਰੇ? ਦੇਖੋ ਜੀ, ਬਾਦਲ ਸਾਹਿਬ ਤਾਂ ਆਪਣੀਆਂ ਰੈਲੀਆਂ ਦੀ ਪਈ ਆ, ਉਹਨੂੰ ਕੋਈ ਕਿਸਾਨ ਨਾਲ ਕੋਈ ਦੁੱਖ ਤਾਂ ਕੋਈ ਦਰਦ ਨਹੀਂਗਾ ਜੀ। ਜਿਹੜਾ ਕਿ ਦੇਖੋ 700 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਹੋ ਗਏ ਆ, ਔਰ ਦੇਖੋ ਯੂਪੀ ਦੇ ਵਿੱਚ ਵੀ ਕਿੱਦਾਂ ਸਰਕਾਰ ਨੇ ਧੱਕਾ ਕੀਤਾ ਔਰ ਕਿਸਾਨਾਂ ਨੂੰ ਗੱਡੀਆਂ ਥੱਲੇ ਦੇ ਕੇ ਕੁਚਲ ਦਿੱਤਾ।
ਔਰ ਇਹਨਾਂ ਨੂੰ ਉਹਨਾਂ ਨਾਲ ਕੋਈ ਦੁੱਖ ਦਰਦ ਨਹੀਂਗਾ। ਇਹਨਾਂ ਨੂੰ ਆਪਣੀਆਂ ਰੈਲੀਆਂ ਦੀ ਪਈ ਆ, ਆਪਣੀ ਲੀਡਰੀ ਦੀ ਪਈ ਆ, ਸਾਨੂੰ ਕਹਾਂ ਇਹਨਾਂ ਨੂੰ ਵੋਟਾਂ ਦੀ ਪਈ ਆਪਣੀਆਂ ਦੀ, ਤੇ ਸਾਨੂੰ ਵੋਟਾਂ ਮਿਲ ਜਾਣ ਬਸ। ਜੋ ਮਰਜ਼ੀ ਦੁਨੀਆ ਜਿੱਥੇ ਮਰਜ਼ੀ ਮਰੇ, ਜੋ ਮਰਜ਼ੀ ਹੋਵੇ, ਕੋਈ ਫਰਕ ਨਹੀਂ ਇਹਨਾਂ ਨੂੰ। ਕਿਉਂਕਿ ਹੁਣ ਦੀ ਜਿਹੜੀ ਰੈਲੀ ਆ ਇਹੀ ਦੇਖਿਆ ਗਿਆ ਹੈ ਕਿ ਇਹ ਹਰ ਵਾਰ ਦੀ ਤਰ੍ਹਾਂ ਜਦੋਂ ਕਿ ਵੋਟਾਂ ਲੱਗੇ ਆਉਂਦੀਆਂ ਨੇ ਉਦੋਂ ਹੀ ਇਹ ਲੋਕਾਂ ਦੇ ਵਿੱਚ ਆਉਂਦੇ ਨੇ, ਲੋਕਾਂ ਦੇ ਵਿੱਚ ਵਿਚਰਦੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵੋਟਾਂ ਵਟੋਰਨ ਦਾ ਹੀ ਇੱਕ ਢੰਗ ਹੈਗਾ ਜਿਹੜਾ ਇਹ ਰੈਲੀ ਹੁਣ ਕਰ ਰਹੇ ਨੇ ਇਸ ਟਾਈਮ ਤੇ? ਬਿਲਕੁਲ ਜੀ, 100% ਵੋਟਾਂ ਵਟੋਰਨ ਦਾ, ਹੋਰ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਜੀ। ਹੋਰ ਤਾਂ ਕੋਈ ਮਤਲਬ ਨਹੀਂ। ਅੱਗੇ ਕਿੰਨੀ ਵਾਰੀ ਨਹੀਂ ਸ਼ਰਧਾਂਜਲੀ ਦਿੱਤੀ ਆ ਜੀ। ਹੁਣ ਇਹਨੂੰ ਕਿੱਥੋਂ ਚੇਤਾ ਆ ਗਿਆ? ਜਦੋਂ ਵੋਟਾਂ ਆ ਜਾਂਦੀਆਂ ਉਦੋਂ ਇਹਨੂੰ ਚੇਤਾ ਆ ਜਾਂਦਾ ਹਰੇਕ ਦਾ। ਉਸ ਟਾਈਮ ਦੇ ਵਿੱਚ ਜਿੱਦਾਂ ਕਿ ਉਹ ਆਪਣੇ ਧਰਨੇ ਤੇ ਬੈਠਾ ਸੀਗਾ ਚੰਡੀਗੜ੍ਹ ਨਿਹੰਗ ਸਿੰਘ, ਜੀ। ਔਰ ਉਹਲੇ ਇਕੱਲੇ ਬੰਦੇ ਕੋਲ ਹੀ ਪਹੁੰਚ ਗਏ। ਜੀ। ਉੱਦਾਂ ਹਜ਼ਾਰਾਂ ਦੀ ਭੀੜ ਹੁੰਦੀ ਹੈ ਤੇ ਕੋਲ ਦੀ ਲੰਘ ਜਾਂਦੇ, ਕਹਿੰਦੇ ਮਤਲਬ ਸਾਡੇ ਬੰਦੇ ਹੀ ਨਹੀਂਗੇ ਇਹ। ਜੀ, ਉਹ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਸੁਖਬੀਰ ਸਿੰਘ ਬਾਦਲ ਨਿਹੰਗ ਸਿੰਘ ਜੀ ਕੋ ਜਾਂਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਨੇ। ਤੇ ਉਥੋਂ ਸਾਫ਼-ਸਾਫ਼ ਜ਼ਾਹਰ ਹੁੰਦਾ ਸਿਰ ਉਹ ਨੰਬਰ ਬਣਾਉਣ ਲਈ ਗਏ ਆ। ਅੱਗੇ ਕਿੰਨੇ ਕੁ ਜਾਂਦੇ ਆ? ਜਦੋਂ ਸੱਤਾ ਦੇ ਵਿੱਚ ਹੁੰਦੇ ਉਦੋਂ ਕਿੰਨੀ ਕੁ ਸੁਣਵਾਈ ਕਰਦੇ ਆ? ਉਦੋਂ ਤਾਂ ਕਿਸਾਨਾਂ ਦੇ ਉੱਤੇ ਉਹਦੀਆਂ ਗੋਲੀਆਂ ਚਲਾਤੀਆਂ ਜਾਂਦੀਆਂ, ਉਦੋਂ ਤਾਂ ਪਾਣੀ ਦੀਆਂ ਪਛਾੜਾਂ ਮਾਰੀ ਜਾਂਦੀਆਂ, ਉਦੋਂ ਡਾਂਗਾ ਮਾਰੀ ਜਾਂਦੀਆਂ। ਉਸ ਟਾਈਮ ਵੀ ਉਹੀ ਕਿਸਾਨ ਹੁੰਦੇ ਆ, ਅੱਜ ਵੀ ਉਹੀ ਕਿਸਾਨ ਬੈਠੇ ਆ। ਜੇ ਇਹਨਾਂ ਨੂੰ ਕਿਸਾਨਾਂ ਨਾਲ ਇੰਨਾ ਦਰਦ ਆ, ਦੁੱਖ ਦਰਦ ਹੈਗਾ, ਤੇ ਫਿਰ ਕਿਸਾਨਾਂ ਨਾਲ ਖੜਨਾ ਇਦਾਂ ਕਾਹਤੋਂ ਮਤਲਬ ਆਹ ਰੈਲੀਆਂ ਕਰ ਕਰਕੇ ਮਤਲਬ ਆਪਣੇ ਭਾਸ਼ਣ ਦੇ ਕੇ ਤਾਂ ਆਪਣਾ ਚਾਹੁੰਦੇ ਇਦਾਂ ਵੋਟਾਂ ਜੋੜਨੀਆਂ ਨਹੀਂ, ਟੁੱਟਣਗੀਆਂ। ਜੋ ਮੋਗੇ ਹੋਇਆ, ਜਿੰਨਾ ਕਿਸਾਨਾਂ ਦਾ ਹੱਤਿਆਚਾਰ ਹੋਇਆ, ਲਾਠੀ ਚਾਰਜ ਹੋਇਆ, ਦੇਖੋ ਕਿਸਾਨ ਆ ਬਈ ਸਾਡੇ ਭਰਾ ਆ, ਜਿਹੜੇ ਮੁਲਾਜ਼ਮ ਉਹ ਵੀ ਸਾਡੇ ਭਰਾ ਆ, ਔਰ ਦੋਨਾਂ ਭਰਾਵਾਂ ਦਾ ਆਪਸ ਵਿੱਚ ਟੱਕਰਾ ਕਰਾਇਆ ਗਿਆ। ਜੇ ਕਿਸੇ ਮੁਲਾਜ਼ਮ ਵੀਰ ਦੇ ਵੀ ਲਾਠੀ ਲੱਗੀ ਹੋਊਗੀ ਜਾਂ ਸੋਟਾ ਲੱਗਾ ਹੋਊਗਾ, ਉਹ ਵੀ ਸਾਡਾ ਸੀ। ਬਿਲਕੁਲ। ਮਰੇ ਕੌਣ? ਸਾਡੇ ਮਰੇ। ਜੇ ਕਿਸੇ ਕਿਸਾਨ ਦੇ ਲੱਗੀ ਉਹ ਵੀ ਸਾਡੇ। ਜੀ। ਇਹਨਾਂ ਦਾ ਤਾਂ ਕੁਝ ਨਹੀਂ ਜਾਂਦਾ। ਇਹੋ ਜਿਹਾ ਕੰਮ ਇਹ ਨਾ ਕਰਨ। ਜੇ ਵੋਟਾਂ ਜੋੜਨ ਦੀ ਬਜਾਏ ਟੁੱਟਣਗੀਆਂ ਇਸ ਹਿਸਾਬ ਨਾਲ। ਇਹ ਜਿਹੜੇ 3 ਕਾਲੇ ਕਾਨੂੰਨ ਨੇ, ਇਹਦਾ ਸਾਰੇ ਭਾਰਤ ਦੇ ਵਿੱਚ, ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹਦਾ ਬਹੁਤ ਵਿਰੋਧ ਹੋ ਰਿਹਾ ਆ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇੰਨਾ ਲੰਬਾ ਸਮਾਂ ਜੋ ਕਿ ਸਾਡੇ ਕਿਸਾਨ ਨੇ, ਕਿਸਾਨ ਕਮੇਟੀ, ਸੰਘਰਸ਼ ਕਮੇਟੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਦਿੱਲੀ ਦੀਆਂ ਬਰੂਹਾਂ ਤੇ ਬੈਠੀਆਂ ਨੇ, ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦੇ ਕਿਉਂ ਨਹੀਂ ਸਿਰ ਤੇ ਜੂੰ ਸਰਕਦੀ, ਕਿਉਂ ਨਹੀਂ ਉਹ ਇਸ ਚੀਜ਼ ਵੱਲ ਧਿਆਨ ਦੇ ਰਹੇ? ਦੇਖੋ ਜੀ, ਜੇ ਇਹਨਾਂ ਧਿਆਨ ਹੋਵੇ, ਵਿਰੋਧ ਵੀ ਤਾਂ ਇਸੇ ਗੱਲ ਦਾ ਹੋ ਰਿਹਾ। ਤੁਸੀਂ ਆਪਣੀਆਂ ਰੈਲੀਆਂ ਕਰਨ ਤੇ ਹੋਏ ਆ, ਤੁਹਾਨੂੰ ਮਤਲਬ ਉਹ ਦੁੱਖ ਦਰਦ ਨਹੀਂਗਾ। ਤੁਸੀਂ ਉਹ ਜਿਹੜੇ ਕਾਨੂੰਨ ਆ ਕਾਲੇ, ਉਹ ਕੈਂਸਲ ਕਰਾਉਣ ਤੇ ਜ਼ੋਰ ਮਾਰੋ। ਤੁਸੀਂ ਜਦੋਂ ਸੱਤਾ ਦੇ ਪਏ ਸੀ ਤੁਸੀਂ ਉਹਨਾਂ ਦੀ ਸਿਫਤਾਂ ਹੀ ਕਰੀ ਗਏ, ਸਾਰਾ ਪਰਿਵਾਰ ਹੀ। ਅਸੀਂ ਜੇ ਕਾਨੂੰਨ ਚੰਗੇ ਬਹੁਤ ਆ, ਤੁਹਾਨੂੰ ਫਾਇਦਾ ਹੀ ਬਹੁਤ ਜ਼ਿਆਦਾ ਹੋ ਜਾਣਾ। ਜਦੋਂ ਪਬਲਿਕ ਸਾਰੀ ਉੱਠ ਕੇ ਤੁਰ ਪਈ ਵੀ ਸਾਨੂੰ ਫਾਇਦੇ ਦੀ ਲੋੜ ਨਹੀਂਗੀ, ਉਦੋਂ ਇਹ ਨਾਲ ਇਹਨਾਂ ਦੇ ਖੜੇ ਹੋ ਗਏ। ਤੁਹਾਡੇ ਕਹਿਣ ਦਾ ਮਤਲਬ ਆ ਜੇ ਲੋਕ, ਜੇ ਕਿਸਾਨ ਜਾਂ ਆਮ ਲੋਕ ਇਸ ਕਾਨੂੰਨਾਂ ਦਾ ਵਿਰੋਧ ਨਾ ਕਰਦੇ ਤਾਂ ਇਹ ਕਾਨੂੰਨਾਂ ਦੇ ਪੱਖ ਦੇ ਵਿੱਚ ਹੀ ਸੀ। ਮੈਂ ਕਹਾਂ ਜੀ 100% ਪੱਖ ਸੀਗੇ, 100 ਦੀ ਬਜਾਏ ਵੀ 150% ਪੱਖ ਸੀਗੇ ਜੀ। ਉਹ ਤਾਂ ਇਹਨਾਂ ਦੀ ਪਬਲਿਕ ਨੇ ਸੁਣੀ ਨਹੀਂ, ਤਾਂ ਦੁਬਾਰਾ ਇਹਨਾਂ ਨੂੰ ਮਗਰ ਤੁਰਨਾ ਪਿਆ, ਮਾੜੇ ਮੋਟੇ ਬਿਆਨ ਦੇਣੇ ਪਏ। ਤੁਰੇ ਤਾਂ ਹੈ ਹੀ ਨਹੀਂ ਜੀ, ਤਾਂ ਬਿਆਨ ਦੇਣੇ ਪਏ। ਸਾਡੇ ਨਾਲ ਹੋਰ ਵੀ ਕਿਸਾਨ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਥੇ ਇੱਕ ਲਖੀਮਪੁਰ ਦੀ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਔਰ ਦਿਲ ਨੂੰ ਵਰੁੰਦਣ ਵਾਲੀ ਘਟਨਾ ਹੈ। ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਤਾਂ ਜੀ ਸਾਰਿਆਂ ਨੂੰ ਪਤਾ ਆ ਜੀ। ਸਾਰਿਆਂ ਨੂੰ ਪਤਾ ਕਿ ਕਿਸਾਨ ਜਾ ਰਿਹਾ ਸੀ, ਪਿੱਛੋਂ ਗੱਡੀ ਚੜਾਈ ਆ, ਉਹਨੇ ਕਿੱਦਾਂ ਮਾਰੇ ਆ, ਕਿੱਦਾਂ ਕੀਤੇ ਆ। ਪਰ ਜੇ ਹੁਣ ਇਹ ਜ਼ਖਮਾਂ ਉੱਪਰ ਲੂਣ ਛਿੜਕ ਰਿਹਾ ਇਸ ਵੇਲੇ ਬਾਦਲ ਆਣ ਕੇ, ਜੀ। ਸੁਖਬੀਰ ਬਾਦਲ ਜ਼ਖਮਾਂ ਉੱਪਰ ਲੂਣ ਛਿੜਕ ਰਿਹਾ ਆ, ਇਹ ਭਰਾਵਾਂ ਨੂੰ ਭਰਾਵਾਂ ਵਿੱਚ ਲੜਾ ਰਿਹਾ ਆ। ਜੀ। ਇਹ ਨਹੀਂ ਚਾਹੁੰਦਾ ਕਿ ਦੋ ਭਰਾ ਇਕੱਠੇ ਹੋਣ। ਜੀ। ਇਹ ਨਹੀਂ ਚਾਹੁੰਦਾ ਕਿ ਕੁਛ ਨਾ ਕੁਛ ਜ਼ਿਮੀਂਦਾਰ ਕੋਈ ਗਲਤ ਕਦਮ ਚੁੱਕਣ ਤੇ ਇਹਨਾਂ ਨੂੰ ਮੌਕਾ ਮਿਲੇ ਬੋਲਣ ਦਾ। ਜੀ। ਸਾਡੇ ਹੁਣ ਦੇ ਟਾਈਮ ਦੇ ਵਿੱਚ ਸਾਡੇ ਜੋ ਕਿ ਆ ਐਸਸੀ ਭਾਈਚਾਰਾ ਹੈਗਾ ਆ, ਜਨਰਲ ਭਾਈਚਾਰਾ ਆ, ਸਾਡਾ ਸਾਰਾ ਭਾਈਚਾਰਾ ਜਿਹੜਾ ਕਿ ਇਕੱਠਾ ਹੋ ਕੇ ਰਹਿਣਾ ਚਾਹੁੰਦਾ ਆ। ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਵੀ ਇਹ ਰੈਲੀ ਦਾ ਕੀ ਅਸਰ ਪੈ ਰਿਹਾ ਆ ਲੋਕਾਂ ਦੇ ਉੱਤੇ? ਨਹੀਂ, ਐਸਸੀ ਭਾਈਚਾਰਾ ਤਾਂ ਪਹਿਲਾਂ ਵੀ ਇਕੱਠਾ ਸੀਗਾ ਜੀ। 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 ਹੁਣ ਵੀ ਇਕੱਠਾ ਆ ਜੀ। ਪਰ ਜੇ ਪੋਲਿਟਿਕਸ ਜਿਹੜੇ ਬਾਦਲ ਵਰਗੇ ਆ ਜਾਂ ਹੋਰ ਕੋਈ ਆ, ਇਹ ਜੇ ਲੜਾਉਣਾ ਚਾਹੁੰਦੇ ਤਾਂ ਫਿਰ ਇਹਨੇ ਲੜਾ ਦੇਣੇ ਆ। ਤੁਹਾਨੂੰ ਕੀ ਲੱਗਦਾ ਕਿ ਇਹ ਧਰਮ ਦੇ ਨਾਂ ਤੇ ਹੁਣ ਵੋਟਾਂ ਵਟੋਰ ਰਹੇ ਨੇ? ਧਰਮ ਦੇ ਨਾਂ ਤੇ ਜੀ। ਜੀ, ਇਹ ਧਰਮ ਦੇ ਨਾਂ ਤੇ ਇਹਨਾਂ ਨੂੰ ਪਹਿਲਾਂ ਕਿਉਂ ਨਹੀਂ ਚੇਤਾ ਆਇਆ ਰੈਲੀਆਂ ਕਰਨ ਦਾ? ਜੀ। ਪਹਿਲਾਂ ਕਿਉਂ ਨਹੀਂ ਚੇਤਾ ਆਇਆ ਇਹਨਾਂ ਨੂੰ ਟਿਕਟਾਂ ਵੰਡਣ ਦਾ? ਜੀ। ਇਹਨਾਂ ਨੂੰ ਹੁਣ ਚੇਤਾ ਆ। ਜੀ। ਉਧਰ ਲਖੀਮਪੁਰ ਖੀਰੀ 'ਚ ਤਾਂ ਕਿੱਡਾ ਵੱਡਾ ਕਾਂਡ ਹੋ ਗਿਆ ਉੱਥੇ। ਜੀ। ਇਹਨਾਂ ਨੂੰ ਹੁਣ ਚੇਤਾ ਆ ਗਿਆ ਵੀ ਅਸੀਂ ਟਿਕਟਾਂ ਵੰਡਦੀਏ ਜਾ ਕੇ ਜਲੰਧਰ 'ਚ, ਜੀ। ਉਹ ਵੀ ਕਿਸ਼ਨਗੜ੍ਹ 'ਚ। ਜੀ। ਜੀ। ਇਹ ਸਿਰਫ ਮਤਲਬ ਵੋਟਾਂ ਨਜ਼ਦੀਕ ਆਉਣ ਦੇ ਕਰਕੇ ਹੀ ਕਿਸਾਨਾਂ ਦੇ ਵਿੱਚ ਵਿਚਰ ਰਹੇ ਨੇ ਜਾਂ ਆਮ ਲੋਕਾਂ 'ਚ ਵਿਚਰ ਰਹੇ ਨੇ? ਸਿਰਫ ਵੋਟਾਂ ਕਰਕੇ ਜੀ, ਸਿਰਫ ਵੋਟਾਂ ਕਰਕੇ। ਉਦਾਂ ਅੱਗੇ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਸੀ ਕਿ ਸੁਖਬੀਰ ਬਾਦਲ ਜਾਂਦਾ ਹੈ ਕੋਈ ਜ਼ਿਮੀਂਦਾਰ ਦੇ ਖੂਹ ਤੇ ਜਾ ਕੇ ਚਾਹ ਪਾਣੀ ਪੀਂਦਾ ਹੈ, ਜਾ ਕੇ ਚਲੇ ਤੇ ਬਹਿ ਕੇ ਚਾਹ ਪੀਣ ਡਿਆ ਹੈ। ਬਹੁਤ ਸਾਰੀਆਂ ਇਸ ਬਹੁਤ ਵੀਡੀਓ ਮੈਂ ਬਹੁਤ ਦੇਖੀਆਂ ਜੀ। ਕੀ ਗੱਲ ਇਹ ਪਹਿਲਾਂ ਨਹੀਂ ਜਾ ਸਕਦਾ ਸੀਗਾ? ਪਹਿਲਾਂ ਘਰੋਂ ਨਹੀਂ ਸੀ ਨਿਕਲਿਆ ਕਦੀ ਇਹ ਹੁਣ ਹੀ ਨਿਕਲਦਾ ਆ। ਸਾਰੇ ਲੋਕਾਂ ਦਾ ਇਹੀ ਸਵਾਲ ਆ, ਸਾਡੇ ਆਮ ਲੋਕ ਵੀ ਇਹੀ ਗੱਲ ਕਰ ਰਹੇ ਨੇ ਕਿ ਜਦੋਂ ਵੋਟਾਂ ਆਉਂਦੀਆਂ ਹਨ, ਅਸੀਂ ਇਹ ਨਹੀਂ ਗੱਲ ਕਰਦੇ ਅਕਾਲੀ ਦਲ ਦੀ ਜਾਂ ਕਾਂਗਰਸ ਦੀ, ਅਸੀਂ ਹਰੇਕ ਰਾਜਨੀਤੀ ਪਾਰਟੀ ਦੇ ਗੱਲ ਕਰਦੇ ਹਾਂ ਵੀ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਹੀ ਇਹਨਾਂ ਨੂੰ ਕਿਉਂ ਲੋਕ ਚੇਤੇ ਆਉਂਦੇ ਨੇ, ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਨੇ, ਲੋਕਾਂ ਨਾਲ ਚਾਹ ਪੀਂਦੇ ਨੇ। ਜਦੋਂ ਵੋਟਾਂ ਮੁੱਕ ਜਾਂਦੀਆਂ ਨੇ ਤਾਂ ਉਦੋਂ ਇਹਨਾਂ ਨੂੰ ਲੋਕ ਕਿਉਂ ਭੁੱਲ ਜਾਂਦੇ ਨੇ? ਉਦੋਂ ਹੀ ਭੁੱਲਦੇ ਜੀ। ਵੋਟਾਂ ਤਾਂ ਇਹ ਕਹਿੰਦੇ ਆ ਜੀ 5 ਸਾਲ ਇਹਨਾਂ ਦੇ ਆ ਜੀ। 5 ਸਾਲਾਂ ਚੋਂ 400 ਤਾਂ ਕੁਛ ਦਿਨ ਹੁੰਦੇ ਆ
ਪੋਲੀਟਿਕਸ਼ਨ ਬੰਦਿਆਂ ਦੇ ਤੇ 2-4 ਦਿਨ 5 ਦਿਨ ਹੁੰਦੇ ਆ ਜੀ ਇਹਨਾਂ ਦੇ ਵੋਟਾਂ ਵਾਲਿਆਂ ਦੇ ਜੀ ਜਿਹਨਾਂ ਨੇ ਵੋਟਾਂ ਦੇਣੀਆਂ ਲੈ ਕੇ ਉਦੋਂ ਬਾਅਦ ਤੁਸੀਂ ਕੌਣ ਹੈ ਜੀ ਜੇ ਕਿਸੇ ਬਾਅਦ ਚ ਮਿਲਣ ਵੀ ਜਾਵੋ ਕਿਸੇ ਮੰਤਰੀ ਨੂੰ ਅਗਲੇ ਕਹਿੰਦੇ ਤੁਸੀਂ ਕਿਹੜੇ ਪਿੰਡੋਂ ਆਏ ਆ ਜੀ ਜਦੋਂ ਵੋਟਾਂ ਲੈਣੀ ਹੁੰਦੀ ਫੇਰ ਕਹਿੰਦੇ ਜੀ ਹਾਂ ਇਹ ਫਲਾਣੇ ਸੰਘ ਆ ਫਲਾਣਾ ਪਿੰਡੋਂ ਆਇਆ ਫੇਰ ਉਹਨੂੰ ਚੇਤਾ ਹੁੰਦਾ ਸਭ ਕੁਝ ਵੋਟਾਂ ਤੋਂ ਬਾਅਦ ਤੀਜੇ ਦਿਨ ਇਹਨੂੰ ਚੇਤਾ ਭੁੱਲ ਜਾਂਦਾ ਜੀ ਮੈਂ ਕੌਣ ਹੈ ਤੇ ਕੌਣ ਨਹੀਂ ਤੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਾਡੇ ਨਾਲ ਹੋਰ ਵੀ ਕੁਝ ਕਿਸਾਨ ਮੌਜੂਦ ਨੇ ਜਿਨ੍ਹਾਂ ਤੋਂ ਅਸੀਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਇੱਥੇ ਕਿਸਾਨ ਸਾਰੇ ਇਕੱਠੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੀ ਰੈਲੀ ਦੇ ਵਿਰੋਧ ਵਿੱਚ, ਤੁਹਾਡੇ ਕੀ ਵਿਚਾਰ ਨੇ ਉਸ ਬਾਰੇ? ਹਾਂਜੀ, ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰ ਰਹੇ ਹਾਂ ਜੀ ਇਹ 'ਚ ਬਸਪਾ ਦਾ ਕੋਈ ਵਿਰੋਧ ਨਹੀਂਗਾ ਜੀ ਅਸੀਂ ਕੱਲ ਇਹਨਾਂ ਨਾਲ ਮੀਟਿੰਗ ਹੋਈ ਸੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਕਾਂਸ਼ੀ ਰਾਮ ਦੀ ਮਨਾ ਰਹੇ ਆ ਬਰਸੀ ਤੁਸੀਂ ਮਨਾਓ ਪਰ ਇਹ ਨਹੀਂ ਕਿਹਾ ਸੀ ਕਿ ਅਸੀਂ ਸੁਖਬੀਰ ਬਾਦਲ ਨੂੰ ਬੁਲਾਵਾਂਗੇ ਅਸੀਂ ਇਹਦੇ ਵਿੱਚ ਬਸਪਾ ਦਾ ਕੋਈ ਵਿਰੋਧ ਨਹੀਂ ਅਸੀਂ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰ ਰਹੇ ਹਾਂ ਜੀ ਭਾਈ ਜਿਹੜੀ ਚੰਡੀਗੜ੍ਹ ਮੀਟਿੰਗ ਹੋਈ ਸੀ ਕਿਸਾਨ 32 ਕਿਸਾਨ ਜਥੇਬੰਦੀਆਂ ਦੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਜਦੋਂ ਤੱਕ ਕਾਲੇ ਕਾਨੂੰਨ ਨਹੀਂ ਰੱਦ ਹੋ ਜਾਂਦੇ ਉਦੋਂ ਤੱਕ ਕੋਈ ਵੀ ਸਿਆਸੀ ਰੈਲੀ ਨਹੀਂ ਕੀਤੀ ਜਾਊਗੀ, ਬਸ ਉਸ ਦੇ ਬਾਵਜੂਦ ਵੀ ਇਹ ਜਿਹੜੀ ਰੈਲੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇਹ ਗਲਤ ਗੱਲ ਆ। ਉਦੋਂ ਚੰਡੀਗੜ੍ਹ ਮੀਟਿੰਗ ਹੋਈ ਸੀਗੀ ਰਾਜੇਵਾਲ ਸਾਹਿਬ ਸਾਰੀਆਂ 32 ਜਥੇਬੰਦੀਆਂ ਗਈਆਂ ਸੀਗੀਆਂ ਉਦੋਂ ਇਹ ਫੈਸਲਾ ਲਿਆ ਗਿਆ ਸੀ ਕਿ ਜੇ ਸਰਕਾਰਾਂ ਨੂੰ ਕਿਸਾਨਾਂ ਦਾ ਇੰਨਾ ਦਰਦ ਆ ਵੀ ਤੁਸੀਂ ਉਨਾ ਟਾਈਮ ਕੋਈ ਵੀ ਰੈਲੀ ਨਾ ਕਰੋ। ਹੁਣ ਇਹ ਬਾਰ-ਬਾਰ ਅਕਾਲੀ ਦਲ ਰੈਲੀ ਕਰ ਰਿਹਾ ਆ ਇਹ ਇੱਕ ਕਿਸਮ ਦਾ ਸਾਡੇ ਜਿਹੜੇ ਕਿਸਾਨ ਭਰਾ ਬੈਠੇ ਆ ਦਿੱਲੀ ਉਹਨਾਂ ਦਾ ਧਿਆਨ ਖਿੱਚ ਰਹੇ ਆ ਉੱਥੋਂ ਉਹਨਾਂ ਨੂੰ ਬੁਲਾ ਰਹੇ ਆ ਵੀ ਜੇ ਇਹਨਾਂ ਨੂੰ ਕਿਸਾਨਾਂ ਦਾ ਇੰਨਾ ਦਰਦ ਆ ਤਾਂ ਇਹਨਾਂ ਨੂੰ ਇਹ ਰੈਲੀਆਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਤਦੇ ਹੀ ਕਿਸਾਨ ਇਹਨਾਂ ਦਾ ਵਿਰੋਧ ਕਰਦੇ ਆ। ਤਾਂ ਪਹਿਲਾਂ ਵੀ ਜੋ ਸਾਰੇ ਕੰਡੇ ਖਿਲਰੇ ਇਹਨਾਂ ਦੇ ਖਿਲਾਰੇ ਆ ਇਹਨਾਂ ਦਾ ਅਹਿਮ ਰੋਲ ਰਿਹਾ ਆ ਤਿੰਨੇ ਕਾਨੂੰਨਾਂ ਦੇ ਲਾਗੂ ਕਰਵਾਉਣ ਦੇ ਵਿੱਚ। ਅੱਜ ਹੁਣ ਇਹ ਬਹੁਤ ਕਿਸਾਨਾਂ ਦਾ ਦਰਦ ਆ। ਹਰਸਿਮਰਤ ਕੌਰ ਕੁਛ ਕਹੀ ਜਾ ਰਹੀ ਹੈ, ਸੁਖਬੀਰ ਬਾਦਲ ਕੁਛ ਕਹਿ ਰਿਹਾ। ਤੁਸੀਂ ਅਖਬਾਰ ਤੇ ਪਹਿਲਾਂ ਇਹਨਾਂ ਦੇ ਬਿਆਨ ਸੁਣੇ ਹੋਣੇ, ਇਹਨਾਂ ਤਿੰਨਾਂ ਨੇ ਇਹੀ ਗੱਲ ਕਹੀ ਕਿ ਖੇਤੀ ਕਾਨੂੰਨ ਬਿਲਕੁਲ ਸਹੀ ਆ ਕਿਉਂਕਿ ਇਹਨਾਂ ਦੀਆਂ ਉਹੀ ਵੀਡੀਓਜ਼ ਜਿਹੜੀਆਂ ਕਾਫੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕਿਸਾਨ ਦੇ ਜਿਹੜੇ 3 ਕਾਨੂੰਨ ਸੀ ਉਹਨਾਂ ਦਾ ਸਮਰਥਨ ਕੀਤਾ ਤੇ ਬਾਅਦ ਦੇ ਵਿੱਚ ਜਦੋਂ ਲੋਕਾਂ ਨੇ ਵਿਰੋਧ ਕੀਤਾ ਫਿਰ ਇਹਨਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ। ਹਾਂਜੀ ਬਿਲਕੁਲ ਜੀ, ਪਹਿਲਾਂ ਇਹਨਾਂ ਦੇ ਅਖਬਾਰ ਤੇ ਉਹ ਬਿਆਨਾਂ ਦਾ ਨਹੀਂ ਪੂਰਾ ਸਮਰਥਨ ਕੀਤਾ, ਇਹਨੇ ਕਿਹਾ ਵੀ ਇਹ ਬਿਲਕੁਲ ਕਿਸਾਨਾਂ ਦੇ ਪੱਖ 'ਚ ਆ। ਜਦੋਂ ਫਿਰ ਇੱਥੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਡੰਡੇ ਚੁੱਕੇ ਤਾਂ ਫਿਰ ਇਹਨਾਂ ਨੂੰ ਪਤਾ ਕਿ ਹੁਣ ਸਾਨੂੰ ਦੌੜ ਜਾਣ ਕੋਈ ਥਾਂ ਟਿਕਾਣਾ ਨਹੀਂ ਲੱਭਣਾ। ਫਿਰ ਇਹ ਮੁੜ ਕੇ ਭਾਜਪਾ ਛੱਡ ਕੇ ਆਏ ਪਰ ਹਜੇ ਵੀ ਇਹ ਭਾਜਪਾ ਨਹੀਂ ਪੂਰੀ ਛੱਡੀ ਨਹੀਂ, ਭਾਜਪਾ ਨਾਲ ਇਹਨਾਂ ਦਾ ਪੂਰਾ ਹੱਥ ਆ। ਤੁਹਾਡੇ ਕਹਿਣ ਦਾ ਮਤਲਬ ਜੋ 9 ਮਾਸ ਦਾ ਰਿਸ਼ਤਾ ਉਹ ਅਜੇ ਵੀ ਜੁੜਿਆ ਹੋਇਆ ਹੈ? ਹਾਂਜੀ ਬਿਲਕੁਲ ਜੀ ਬਿਲਕੁਲ, ਇਹ ਕਦੀ ਵੀ ਛੱਡ ਨਹੀਂ ਸਕਦੇ ਹੈਗੇ। ਇਹ ਤਾਂ ਇੱਕ ਸਾਨੂੰ ਕਿਸਾਨਾਂ ਨੂੰ ਇਹ ਨਹੀਂ ਪਾਗਲ ਬਣਾਇਆ ਆ ਕਿ ਸਾਡੇ ਪਿੱਛੇ ਲੱਗ ਜਾਂਦੇ ਆ ਤੇ ਪਰ ਇਹ ਕਦੀ ਵੀ ਛੱਡ ਨਹੀਂ ਸਕਦੇ। ਜੇ ਇਹਨਾਂ ਨੂੰ ਕਿਸਾਨਾਂ ਦਾ ਦਰਦ ਆ ਤੇ ਆਹ ਕੰਮ ਇਹਨਾਂ ਨੂੰ ਕਰਨੇ ਨਹੀਂ ਚਾਹੀਦੇ। ਇਹਨਾਂ ਕਰਕੇ ਕਿਸਾਨ ਅੱਜ ਇੰਨੇ ਸੜਕਾਂ ਤੇ ਇਕੱਠੇ ਹੋਏ ਆ ਤਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਜੋ ਕਿ ਇੱਕ ਲੰਬਾ ਸਮਾਂ ਹੋ ਚੁੱਕਾ ਆ। ਹਾਂਜੀ ਦੇਖ ਲਓ 11-12 ਮਹੀਨੇ ਹੋ ਗਏ ਦਿੱਲੀ ਬੈਠਿਆਂ ਨੂੰ, ਕਿੰਨੇ ਕਿਸਾਨ 700 ਤੋਂ ਜ਼ਿਆਦਾ ਉੱਥੇ ਸ਼ਹੀਦ ਹੋ ਚੁੱਕੇ ਆ। ਇਹਨਾਂ ਨੂੰ ਕਿਸੇ ਦਾ ਕੋਈ ਦਰਦ ਨਹੀਂਗਾ। ਹੁਣ ਇੱਥੇ ਅੱਜ ਪਤਾ ਨਹੀਂ ਕੀ ਕੋਈ ਹੈਪਨ ਹੋ ਜਾਵੇ, ਸਾਰਾ ਇਹਨਾਂ ਦੀ ਗਲਤੀ ਨਾ ਹੋਣਾ ਆ। ਕੋਈ ਇੱਥੇ ਘਟਨਾ ਵਾਪਰ ਜਾਏ, ਕੋਈ ਪੁਲਿਸ ਨਾ ਹੋ ਜਾਵੇ, ਕੋਈ ਉੱਦਾਂ ਗੱਡੀ ਥੱਲੇ ਆ ਜਾਵੇ। ਦੇਖੋ ਲਖੀਮਪੁਰ 'ਚ ਕਿੱਦਾਂ ਦੀ ਘਟਨਾ ਵਾਪਰੀ ਆ। ਜਾਂ ਤੁਹਾਨੂੰ ਬਾਰ-ਬਾਰ ਕਹਿੰਦੇ ਕਿ ਤੁਸੀਂ ਇਹ ਕੰਮ ਨਾ ਕਰੋ ਫਿਰ ਤੁਸੀਂ ਨਾ ਕਰੋ ਜੇ ਤੁਸੀਂ ਕਿਸਾਨਾਂ ਦੇ ਦਰਦ ਸਮਝਦੇ ਆ ਤਾਂ।